तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। जब गुर बोलहै तब बिस्म होए जाए। हम जैसे अपराधी अवर कोई राखे। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। बेशुमार अथाह अगंत अतोल। ज्यों बुलावो त्यों नानक दास बोले। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ 400 ਸਾਲਾ ਗੁਰਪੁਰਬ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਦੇਸ਼ ਵਿਦੇਸ਼ ਦੇ ਵਿੱਚ ਆਪ ਸੰਗਤ ਸਤਿਗੁਰ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਨ ਕਰ ਰਹੇ ਹੋ। ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈਏ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ। ਸਤਿਗੁਰ ਮਹਾਰਾਜ ਜੀ ਦਾ ਪਾਵਨ ਜੀਵਨ ਦੀ ਵਿਚਾਰ ਕਰ ਸਕੀਏ। ਆਪ ਸੰਗਤ ਆਸੀਸ ਬਖਸ਼ੋ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸੰਨ 1644 ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਸੁਭਾਏਮਾਨ ਕਰਦੇ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਦੇ ਸਪੁੱਤਰ ਤੇਗ ਬਹਾਦਰ ਜੀ ਉਹ ਸੰਗਤ ਦੇ ਵਿੱਚ ਵੀ ਬੈਠਣ ਤਾਂ ਅੱਖਾਂ ਨੀਵੀਆਂ ਕਰਕੇ ਬੈਠਦੇ ਨੇ। ਕਿਸੇ ਮਸੰਦ ਦੇ ਨਾਲ ਜਾਂ
ਸੰਗਤ ਦੇ ਨਾਲ ਉਹ ਬਹੁਤਾ ਤਾਲਮੇਲ, ਬਹੁਤਾ ਸੰਬੰਧ ਨਹੀਂ ਰੱਖਦੇ, ਬਹੁਤੀ ਕਾਰ ਭੇਟਾ ਵਾਲੇ ਪਾਸੇ ਨਹੀਂ ਜਾਂਦੇ। ਸਤਿਗੁਰ ਮਹਾਰਾਜ ਮੇਰੇ ਪੁੱਤਰ ਦਾ ਕੀ ਹੋਵੇਗਾ, ਉਹਦੇ ਬਾਰੇ ਵੀ ਕੋਈ ਉਪਦੇਸ਼ ਕਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ 3 ਦਾਤਾਂ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਝੋਲੀ ਦੇ ਵਿੱਚ ਪਾਉਣੀਆਂ ਕੀਤੀਆਂ। ਇੱਕ ਉਸ ਵੇਲੇ ਸਤਿਗੁਰ ਮਹਾਰਾਜ ਜੀ ਨੇ ਆਪਣਾ ਹੱਥ ਪੂੰਝਣ ਵਾਲਾ ਰੁਮਾਲ ਝੋਲੀ ਦੇ ਵਿੱਚ ਪਾਇਆ। ਦੂਸਰਾ ਬਾਣੀ ਦੀ ਪੋਥੀ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਤੇ ਤੀਸਰਾ ਸਤਿਗੁਰੂ ਗੁਰਦੇਵ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਨਾਨਕੀ ਦੀ ਝੋਲੀ ਦੇ ਵਿੱਚ ਕਟਾਰ ਪਾਈ। ਆਪ ਸੰਗਤ ਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਬਾਣੀ ਦੀ ਪੋਥੀ ਜਿਹੜੀ ਹੈ ਉਹ ਪੀਰੀ ਦਾ ਸਿਧਾਂਤ ਹੈ। ਮੇਰੀ ਪੀਰੀ ਦੇ ਮਾਲਕ ਸਤਿਗੁਰ ਮਹਾਰਾਜ ਆਪਣੇ ਪੁੱਤਰ ਦੇ ਵਾਸਤੇ ਅਸੀਸ ਕੀ ਦਿੱਤੀ। ਪੋਥੀ ਪੀਰੀ ਦਾ ਸਿਧਾਂਤ ਹੈ ਤੇ ਕਟਾਰ ਜਿਹੜੀ ਹੈ ਉਹ ਸ਼ਕਤੀ ਮੀਰੀ ਦਾ ਸਿਧਾਂਤ। ਸਤਿਗੁਰ ਮਹਾਰਾਜ ਜੀ ਨੇ ਅਸੀਸ ਦੇਣ ਤੋਂ ਬਾਅਦ ਵਿੱਚ ਇਹ ਵੀ ਬਚਨ ਕਹੇ ਸੀ ਕਿ ਨਾਨਕੀ ਤੁਸੀਂ ਪਰਿਵਾਰ ਸਮੇਤ, ਭਾਵ ਇਹ ਸੀ ਕਿ ਤੇਗ ਬਹਾਦਰ ਜੀ ਦੇ ਨਾਲ ਮਾਤਾ ਗੁਜਰੀ ਆਪਣੀ ਨੂੰਹ ਦੇ ਨਾਲ ਅੱਜ ਤੋਂ ਬਾਅਦ ਵਿੱਚ ਤੁਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਨਹੀਂ ਕਰਨਾ। ਤੁਸੀਂ ਆਪਣੇ ਪੇਕੇ ਨਗਰ ਬਕਾਲੇ ਦੇ ਵਿੱਚ ਚਲੇ ਜਾਣਾ ਹੈ। ਇਹ ਗੱਲ ਧਿਆਨ ਦੇ ਵਿੱਚ ਰੱਖਣਾ ਕਿ ਜਿਹੜਾ ਬਕਾਲਾ ਹੈ ਇਹਨੂੰ ਪਹਿਲਾਂ ਬਾਬਾ ਬਕਾਲਾ ਨਹੀਂ ਆਖਦੇ। ਜਿਸ ਦਿਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਸੰਨ 1664 ਦੇ ਵਿੱਚ ਦਿੱਲੀ ਦੀ ਧਰਤੀ ਦੇ ਉੱਤੇ ਇਹ ਬਚਨ ਕਹੇ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ, ਉਸ ਦਿਨ ਤੋਂ ਬਾਅਦ ਵਿੱਚ ਬਕਾਲੇ ਨੂੰ ਬਾਬਾ ਬਕਾਲਾ ਕਹਿਣਾ ਸ਼ੁਰੂ ਕੀਤਾ। ਸਤਿਕਾਰਯੋਗ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਸਹੁਰਿਆਂ ਦਾ ਨਗਰ ਹੈ। ਮਾਤਾ ਨਾਨਕੀ ਜੀ ਦੇ ਪੇਕੇ ਹਨ ਬਕਾਲੇ ਦੀ ਧਰਤੀ ਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨਿਆ। ਮਾਤਾ ਨਾਨਕੀ ਜੀ ਸਤਿਗੁਰੂ ਮਹਾਰਾਜ ਜੀ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੀ ਸੁਪਤਨੀ ਸਤਿਕਾਰਯੋਗ ਮਾਤਾ ਗੁਜਰੀ ਜੀ, ਇਹ ਪਰਿਵਾਰ ਸਮੇਤ ਜਿਹੜਾ ਸੀ ਇਹ ਬਕਾਲੇ ਦੀ ਧਰਤੀ ਤੇ ਆ ਬਿਰਾਜੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਜਿਹੜੀ ਕਿਰਪਾ ਕੀਤੀ, ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਨੇ। ਔਰ ਇਹ ਲੰਮਾ ਸਮਾਂ ਜਿਹੜਾ ਸੀ ਇਹ ਸੰਨ 1644 ਦੇ ਵਿੱਚ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜੇ। ਸੰਨ 1661 ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਹਾਲਾਂਕਿ ਦਾਅਵੇਦਾਰ ਜਿਹੜਾ ਸੀ ਉਹ ਰਾਮ ਰਾਏ ਸੀ ਗੁਰਤਾ ਗੱਦੀ ਦਾ। ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਬੜੀ ਸੁੰਦਰ ਘਟਨਾ ਕਿ ਸੰਗਤ ਕਾਬਲ ਤੋਂ ਚੱਲ ਕੇ ਆਉਂਦੀ ਹੈ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਦੇਖੋ ਕਿ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਕਿ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ। ਭਾਈ ਗੁਰਦਾਸ ਸਾਹਿਬ ਜੀ ਇਹ ਲਿਖ ਕੇ ਗਏ ਨੇ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸਾਧ ਸੰਗਤ ਜੀ, ਯੁੱਗ ਦਾ ਅਰਥ ਹੁੰਦਾ ਹੈ ਦੋ ਜੋੜਾ, ਤੇ ਜਦੋਂ ਜੁਗ ਜੁਗ ਅਰਥ ਆ ਜਾਣ ਉਹਦੇ ਅਰਥ ਹੁੰਦੇ ਨੇ 2 ਤੇ 2 4, ਭਾਵ ਕਿ 6 ਮਹਿਲਾਂ ਤੱਕ ਦਰਸ਼ਨ ਨਿਹਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਦਰਸ਼ਨ ਸੰਗਤ ਕਰ ਚੁੱਕੀ ਹੈ। ਤੇ ਭਾਈ ਗੁਰਦਾਸ ਜੀ ਨੇ ਇਹ ਅੱਗੇ ਜਿਵੇਂ ਸਤਿਗੁਰ ਮਹਾਰਾਜ ਜੀ ਦਾ ਹੁਕਮ ਸੀ ਕਿ 4 ਸਰੀਰ ਜਿਹੜੇ ਨੇ ਅਸੀਂ ਹੋਰ ਧਾਰਨ ਕਰਨੇ ਨੇ, ਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸੰਗਤ ਬੇਨਤੀ ਕਰਦੀ ਹੈ, ਮਹਾਰਾਜ ਇਹ ਜ਼ਰੂਰ ਦੱਸਣਾ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਤੋਂ ਬਾਅਦ ਆਪ ਜੀ ਦੀ ਗੁਰਤਾ ਤੇ ਕੌਣ ਬਿਰਾਜਮਾਨ ਹੋਵੇਗਾ। ਕਿਉਂਕਿ ਸੰਗਤ ਇਹ ਗੱਲ ਜਾਣਦੀ ਹੈ ਕਿ ਇਹ ਸਤਿਗੁਰੂ ਮਹਾਰਾਜ ਜੀ ਦੀ ਗੁਰਿਆਈ, ਗੁਰੂ ਨਾਨਕ ਦੀ ਗੁਰਿਆਈ ਜਿਹੜੀ ਹੈ ਇਹ ਸੋਢੀਆਂ ਦੇ ਹੀ ਘਰ ਦੇ ਵਿੱਚ ਰਹਿਣੀ ਹੈ। ਪਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪ ਜੀ ਦੇ 2 ਸਪੁੱਤਰ ਨੇ, ਰਾਮ ਰਾਏ ਜੀ ਤੇ ਹਰਕ੍ਰਿਸ਼ਨ ਜੀ। ਇਹ ਸਤਿਗੁਰੂ ਮਹਾਰਾਜ ਜੀ ਦੱਸੋ ਕਿ ਦੋਨਾਂ ਦੇ ਵਿੱਚੋਂ ਗੁਰਤਾ ਗੱਦੀ ਤੇ ਕੌਣ ਬਿਰਾਜਮਾਨ ਹੋਏਗਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਮੁਸਕਰਾਏ ਤੇ ਮਹਾਰਾਜ ਨੇ ਕਿਹਾ, ਇਹ ਦਾਤ ਜੋਤ ਉਸ ਨਾਨਕ ਬਾਬੇ ਨਾਨਕ ਦੀ ਵਡਿਆਈ ਹੈ।
ਤੇ ਜਿਸ ਤੇ ਗੁਰੂ ਨਾਨਕ ਦੀ ਕਿਰਪਾ ਹੁੰਦੀ ਹੈ ਉਹਨੂੰ ਇਹ ਮਿਲਦੀ ਹੈ, ਤੇ ਦਾਅਵਿਆਂ ਦੇ ਨਾਲ ਨਹੀਂ ਪ੍ਰਾਪਤ ਹੁੰਦੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਸੰਗਤ ਨੇ ਬੇਨਤੀ ਕੀਤੀ, ਜਿੱਦ ਕੀਤੀ, ਮਹਾਰਾਜ ਨੇ ਕੋਈ ਇਸ਼ਾਰਾ ਜ਼ਰੂਰ ਕਰੋ। ਉੱਥੇ ਸਤਿਗੁਰੂ ਮਹਾਰਾਜ ਨੇ ਇੱਕ ਕੰਧੂਈ ਸੰਗਤ ਨੂੰ ਦਿੱਤੀ, ਕੰਧੂਈ ਭਾਵ ਕਿ ਸੂਈ, ਵੱਡੀ ਸੂਈ ਦਿੱਤੀ, ਔਰ ਇਹ ਹੁਕਮ ਕੀਤਾ ਕਿ ਹਰਿਰਾਏ ਜੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਕਿ ਰਾਮ ਰਾਏ ਤੇ ਹਰਿਕ੍ਰਿਸ਼ਨ ਜੀ ਵੱਖ-ਵੱਖ ਜਿਹੜੇ ਨੇ ਕਮਰਿਆਂ ਦੇ ਵਿੱਚ ਬਾਣੀ ਪੜ੍ਹਦੇ ਹੋਣਗੇ। ਤੇ ਜਦੋਂ ਉਹ ਬਾਣੀ ਪੜ੍ਹਦੇ ਹੋਵਣ ਕਿ ਜਿੱਥੇ ਪੀੜੇ ਦੇ ਉੱਤੇ ਪੋਥੀ ਦਾ ਪ੍ਰਕਾਸ਼ ਕੀਤਾ ਹੋਵੇ, ਉਸ ਪੋਥੀ ਵਾਲੇ ਪੀੜੇ ਦੇ ਪਾਵੇ ਦੇ ਵਿੱਚ ਇਸ ਸੂਈ ਨੂੰ ਖਵਾ ਕੇ ਦੇਖਣਾ, ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਇਸੇ ਤਰ੍ਹਾਂ ਉਹਨਾਂ ਸਿੱਖਾਂ ਨੇ ਉੱਥੇ ਕੀਤਾ, ਗੁਰੂ ਦਾ ਹੁਕਮ ਮੰਨ ਕੇ ਉਹ ਕੰਧੂਈ ਸੂਈ ਜਿਹੜੀ ਸੀ ਉਹ ਲੈ ਕਰਕੇ ਗਏ। ਜਿੱਥੇ ਰਾਮ ਰਾਏ ਪਾਠ ਕਰਦਾ ਪਿਆ ਸੀ, ਸੰਗਤ ਜਾ ਕੇ ਬੈਠੀ, ਉਹਨਾਂ ਨੇ ਬਾਣੀ ਦਾ ਸਤਿਕਾਰ ਕਰਦਿਆਂ ਟਿਕ ਕਰਕੇ ਬਾਣੀ ਸੁਣੀ। ਤੇ ਜਿਹੜੇ ਪੀੜੇ ਦੇ ਉੱਤੇ ਉਹ ਪ੍ਰਕਾਸ਼ ਪੋਥੀ ਦਾ ਕੀਤਾ ਸੀ, ਉਸ ਪੀੜੇ ਦੇ ਵਿੱਚ ਸੂਈ ਖਵਾਉਣ ਦਾ ਯਤਨ ਕੀਤਾ, ਪਰ ਸੂਈ ਖੁੱਭੀ ਕੋਈ ਨਾ। ਬਾਅਦ ਵਿੱਚ ਨਮਸਕਾਰ ਕਰਨ ਤੋਂ ਬਾਅਦ ਵਿੱਚ ਇਹ ਜਿਹੜੇ ਸਿੱਖ ਸਨ, ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਿਸ ਥਾਂ ਤੇ ਬਾਣੀ ਪੜ੍ਹਦੇ ਪਏ ਸੀ ਉਸ ਕਮਰੇ ਦੇ ਵਿੱਚ ਆਉਂਦੇ ਨੇ। ਇਤਿਹਾਸਕਾਰ ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਸਰੀਰਕ ਉਮਰ ਤਕਰੀਬਨ 2.5 ਸਾਲ ਜਿਹੜੀ ਸੀ ਬਣਦੀ ਹੈ। ਔਰ ਸਤਿਗੁਰੂ ਮਹਾਰਾਜ ਪੀੜੇ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹਿਆ ਜਾ ਸਕੇ, ਆਪਣੇ ਬੈਠਣ ਵਾਸਤੇ ਇੱਕ ਗੱਦੀ ਥੱਲੇ ਲਾ ਕੇ ਬੈਠਦੇ ਸੀ ਕਿ ਉੱਚਾ ਹੋ ਕੇ ਬੈਠਿਆ ਜਾ ਸਕੇ, ਨੀਵੇਂ ਹੋ ਕੇ ਬਾਣੀ ਪੜ੍ਹਨ 'ਚ ਕੋਈ ਮੁਸ਼ਕਲ ਨਾ ਆਵੇ। ਗੁਰੂ ਹਰਿਕ੍ਰਿਸ਼ਨ ਮਹਾਰਾਜ ਬਚਪਨ ਦੇ ਵਿੱਚ ਜਦੋਂ ਬਾਣੀ ਸਾਧ ਸੰਗਤ ਪੜ੍ਹਦੇ ਆ, ਉਸ ਵੇਲੇ ਸਿੱਖਾਂ ਨੇ ਜਾ ਕਰਕੇ ਉਸ ਪੀੜੇ ਦੇ ਵਿੱਚ ਸੂਈ ਜਿਸ ਵੇਲੇ ਖਵਾਉਣ ਦਾ ਯਤਨ ਕੀਤਾ ਤੇ ਸੂਈ ਬਿਲਕੁਲ ਪਾਵੇ ਦੇ ਵਿੱਚ ਖੁੱਭ ਗਈ। ਇਵੇਂ ਮਹਿਸੂਸ ਹੋਇਆ ਜਿਵੇਂ ਪਾਵਾ ਲੱਕੜ ਦਾ ਨਹੀਂ, ਮੋਮ ਦਾ ਬਣਿਆ ਹੋਵੇ। ਸਿੱਖਾਂ ਨੇ ਆ ਕਰਕੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਕਿਹਾ, ਮਹਾਰਾਜ ਹਰਿਕ੍ਰਿਸ਼ਨ ਜੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਮੁਸਕਰਾਉਂਦੇ ਨੇ। ਚਲੋ ਭਾਣਾ ਵਾਪਰਿਆ, ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਬੁਲਾਇਆ। ਸਤਿਗੁਰੂ ਮਹਾਰਾਜ ਹਰਿਰਾਏ, ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਰਾਮ ਰਾਏ ਨੂੰ ਦਿੱਲੀ ਭੇਜਦੇ ਨੇ। ਔਰ ਇਹ ਬਚਨ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਭੇਜੇ ਸੀ ਕਿ ਰਾਮ ਰਾਏ, ਤੁਹਾਡੀ ਰਸਨਾ ਦੇ ਉੱਪਰ ਗੁਰੂ ਨਾਨਕ ਦਾ ਵਾਸ ਹੋਵੇਗਾ। ਤੁਸੀਂ ਮਿੱਥਿਆ ਨਹੀਂ ਬੋਲਣਾ, ਕਿਸੇ ਤੋਂ ਭੈ ਭੀਤ ਨਹੀਂ ਹੋਣਾ, ਜੋ ਕਹੋਗੇ ਉਹ ਤੁਹਾਡਾ ਕਿਹਾ ਸਾਰਾ ਕੁਝ ਸੱਤ ਹੋ ਜਾਵੇਗਾ। ਇਤਿਹਾਸ ਕਹਿੰਦਾ ਹੈ ਕਿ ਰਾਮ ਰਾਏ ਨੇ ਉਸ ਵੇਲੇ ਦਿੱਲੀ ਦੇ ਵਿੱਚ ਗਏ ਤੇ 72 ਤਰ੍ਹਾਂ ਦੀਆਂ ਕਰਾਮਾਤਾਂ ਜਿਹੜੀਆਂ ਸਨ ਉਹਨਾਂ ਨੇ ਵਿਖਾਉਣੀਆਂ ਕੀਤੀਆਂ। ਗੁਰੂ ਹਰਿਕ੍ਰਿਸ਼ਨ ਮਹਾਰਾਜ ਬਾਲ ਅਵਸਥਾ ਦੇ ਵਿੱਚ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਇਹ ਸਾਰਾ ਕੁਝ ਪਤਾ ਲੱਗਿਆ। ਸਾਰੀ ਜਿਹੜੀ ਸੀ ਉਹ ਜਾਣਕਾਰੀ ਸਿੱਖਾਂ ਨੇ ਭੇਜਣੀ ਸ਼ੁਰੂ ਕੀਤੀ ਦਿੱਲੀ ਤੋਂ ਕਿ ਮਹਾਰਾਜ ਤੁਹਾਡੇ ਪੁੱਤਰ ਰਾਮ ਰਾਏ ਬੜੀਆਂ ਕਰਾਮਾਤਾਂ ਇੱਥੇ ਦਿਖਾਉਂਦੇ ਨੇ। ਪਰ ਉਸ ਦਿਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਸ ਪੂਰਾ ਸਖਤ ਫੈਸਲਾ ਲੈ ਲਿਆ ਕਿ ਜਿੱਦਣ ਰਾਮ ਰਾਏ ਨੇ ਇੱਕ ਲਾਲਚ ਦੇ ਵਿੱਚ ਆ ਕਰਕੇ ਕਿ ਖੁਸ਼ਾਮਦ ਦੇ ਵਿੱਚ ਆ ਕਰਕੇ ਬਾਣੀ ਦੀ ਪੰਕਤੀ ਦੇ ਗਲਤ ਅਰਥ ਕਰ ਦਿੱਤੇ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੁੱਛਿਆ ਗਿਆ ਸੀ ਕਿ ਔਰੰਗਜ਼ੇਬ ਇਹ ਦੱਸੋ, ਔਰੰਗਜ਼ੇਬ ਨੇ ਪੁੱਛਿਆ ਸੀ ਰਾਮ ਰਾਏ ਨੂੰ ਕਿ ਤੁਹਾਡੀ ਬਾਣੀ ਦੇ ਵਿੱਚ ਇਹ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਤੇ ਉੱਥੇ ਰਾਮ ਰਾਏ ਨੇ ਗਲਤ ਅਰਥ ਕਰਦਿਆਂ ਕਿਹਾ ਸੀ ਕਿ ਨਹੀਂ, ਬਾਣੀ ਅਸਲ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਪਰ ਕਹਿੰਦੇ ਨੇ ਕਿ ਉੱਥੇ ਲਿਖਾਰੀ ਨੇ ਗਲਤੀ ਕਰ ਦਿੱਤੀ, ਲਿਖਣ ਦੇ ਵਿੱਚ ਗਲਤੀ ਕੀਤੀ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਰਾਮ ਰਾਏ ਨੇ ਬਾਣੀ ਦੀ ਬੇਅਦਬੀ ਕੀਤੀ ਹੈ, ਬਾਣੀ ਦੇ ਗਲਤ ਅਰਥ ਕੀਤੇ ਆ। ਸਤਿਗੁਰੂ ਮਹਾਰਾਜ ਜੀ ਨੇ ਉਸੇ ਵੇਲੇ ਹੁਕਮ ਭੇਜ ਦਿੱਤਾ ਕਿ ਰਾਮ ਰਾਏ ਤੂੰ ਸਾਡੇ ਮੱਥੇ ਨਹੀਂ ਲੱਗਣਾ, ਜਿਸ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਨੂੰ ਚਲੇ ਜਾਵੀਂ। ਰਾਮ ਰਾਏ ਨੇ ਕੋਸ਼ਿਸ਼ ਜ਼ਰੂਰ ਕੀਤੀ, ਲਾਹੌਰ ਤੱਕ ਆਇਆ, ਪਰ ਸਤਿਗੁਰੂ ਮਹਾਰਾਜ ਜੀ ਨੇ ਸਿਨੇਹਾ ਅੱਗੋਂ ਭੇਜ ਦਿੱਤਾ ਸੀ, ਕਹਿੰਦੇ ਬਿਲਕੁਲ ਮੱਥੇ ਨਹੀਂ ਲੱਗਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਗੁਰਤਾ ਜਿਹੜੀ ਸੀ ਉਹ 1661 ਦੇ ਵਿੱਚ 1644 ਦੇ ਵਿੱਚ ਗੁਰੂ ਹਰਿਰਾਏ ਮਹਾਰਾਜ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ 1661 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ। 1661 ਦੇ ਵਿੱਚ ਸਤਿਗੁਰੂ ਮਹਾਰਾਜ ਆਪਣੇ ਛੋਟੇ ਸਪੁੱਤਰ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਦਿੰਦੇ ਆ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜਿਹੜਾ ਗੁਰਤਾ ਦਾ ਜਿਹੜਾ ਕਾਰਜਕਾਲ ਹੈ ਉਹ 1661 ਤੋਂ ਲੈ ਕੇ ਤੇ 1664 ਤੱਕ ਦਾ, ਭਾਵ ਕਿ 3 ਸਾਲ ਦਾ ਬਣਦਾ ਹੈ।
ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਉਧਰੋਂ ਗੁਰਤਾ ਗੱਦੀ ਤੇ ਬੈਠੇ ਨੇ। ਦੂਸਰੇ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ ਹੁਕਮ ਹੋ ਚੁੱਕਿਆ ਸੀ ਕਿ ਤੁਸੀਂ ਬਕਾਲੇ ਦੀ ਧਰਤੀ ਤੇ ਰਹਿਣਾ। ਬਕਾਲੇ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਦਾ ਉਹਨਾਂ ਦਾ ਤਪ ਹੈ। ਕੱਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਪ ਨਹੀਂ, ਸਾਧ ਸੰਗਤ ਜੀ, ਗੁਰੂ ਤੇ ਸ਼ੱਕ ਕਰਨ ਦੀ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਬਿਦ ਜੋਗ ਸਾਧਨਾ ਸਾਦਾ, ਤਿਨ ਪ੍ਰਭ ਕਰੀ ਅਲਖ ਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੇਰਾ ਆਗਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਜੀਵਨੀ ਦੇ ਵਿੱਚ ਲਿਖਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਮੈਂ ਆਪਣੀ ਕਥਾ ਲਿਖੀ ਤੇ ਮਹਾਰਾਜ ਕਹਿੰਦੇ ਨੇ, ਮੇਰੇ ਆਉਣ ਦਾ ਪ੍ਰਯੋਜਨ ਇਹ ਸੀ ਕਿ ਮੇਰੇ ਪਿਤਾ ਨੇ ਬੜਾ ਲੰਮਾ ਤਪ ਕੀਤਾ। ਹੁਣ 26 ਸਾਲ 9 ਮਹੀਨੇ 13 ਦਿਨ ਜੇ ਸਤਿਗੁਰੂ ਮਹਾਰਾਜ ਜੀ ਬੈਠ ਕੇ ਤਪ ਕਰਦੇ ਨੇ ਤੇ ਉਨਾ ਹੀ ਤਪ ਮਾਤਾ ਗੁਜਰੀ ਜੀ ਦਾ ਵੀ ਉੱਥੇ ਹੈ। ਤਾਤ ਮਾਤ ਮੁਰ ਅਲਖ ਰਾਦਾ, ਤਾਤ ਦੇ ਅਰਥ ਹੁੰਦੇ ਨੇ ਪਿਤਾ ਤੇ ਮਾਤ ਦੇ ਅਰਥ ਨੇ ਮਾਤਾ। ਮੇਰੇ ਮਾਤਾ ਤੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਨੇ ਬਹੁਤ ਸੰਗਨੀ ਤਪ ਤੇ ਤਪੱਸਿਆ ਕੀਤੀ। ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਬਿਦ ਜੋਗ ਸਾਧਨਾ ਸਾਦਾ, ਤਿਨ ਪ੍ਰਭ ਕਰੀ ਅਲਖ ਕੀ ਸੇਵਾ, ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਮਹਾਰਾਜ ਕਹਿੰਦੇ ਨੇ ਕਿ ਫਿਰ ਪਰਮਾਤਮਾ ਖੁਸ਼ ਹੋਇਆ ਤੇ ਮੈਨੂੰ ਇਹਨਾਂ ਦੇ ਗ੍ਰਹਿ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਵਿੱਚ ਭੇਜਣਾ ਕੀਤਾ। ਉਧਰ ਜਦੋਂ ਅਸੀਂ ਬਕਾਲੇ ਦੀ ਧਰਤੀ ਦਾ ਜ਼ਿਕਰ ਕਰਦੇ ਹਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਹੁਣ ਸਭ ਨੂੰ ਪਤਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੀ ਇਹ ਸੰਤਾਨ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ। ਸੰਗਤ ਮਿਲਦੀ ਹੈ ਤੇ ਸਤਿਕਾਰ ਵੀ ਕਰਦੀ ਹੈ। ਵੈਸੇ ਤਾਂ ਸਤਿਗੁਰੂ ਮਹਾਰਾਜ ਕਿਸੇ ਤੋਂ ਕੁਝ ਭੇਟਾ ਨਹੀਂ ਸੀ ਲੈਂਦੇ, ਪਰ ਜੇਕਰ ਕਿਸੇ ਨੇ ਸਿੱਖ ਨੇ ਲਿਆ ਕਰਕੇ ਕੁਝ ਭੇਟਾ ਕਰ ਜਾਣਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਅਜੇ ਸਾਧ ਸੰਗਤ ਜੀ ਗੁਰਤਾ ਗੱਦੀ ਤੇ ਨਹੀਂ, ਪਰ ਅਸੀਂ ਉਹ ਸਾਡੇ ਗੁਰੂ ਨੇ, ਇਸ ਕਰਕੇ ਅਸੀਂ ਬਾਰ-ਬਾਰ ਗੁਰੂ ਤੇਗ ਬਹਾਦਰ ਆਖਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਉਹ ਸਾਰਾ ਕੁਝ ਹੀ ਵੰਡ ਦੇਣਾ, ਸਤਿਗੁਰੂ ਮਹਾਰਾਜ ਕੁਝ ਨਾ ਰੱਖਣਾ। ਸਤਿਗੁਰੂ ਮਹਾਰਾਜ ਨੂੰ ਜੇਕਰ ਕਿਸੇ ਨੇ ਪੁੱਛਣਾ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਕਹਿਣ ਲੱਗੇ, ਨਹੀਂ, ਮੇਰੇ ਬਾਬੇ ਨਾਨਕ ਦਾ ਹੁਕਮ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਕਿ ਆਪ ਘੱਲ ਨਾ ਕਰਨੀ, ਫਿਰ ਆਪ ਕਮਾਈ ਕਰਨੀ, ਉਹਦੇ ਵਿੱਚੋਂ ਗੁਜ਼ਾਰਾ ਕਰਨਾ। ਤੇ ਜੇਕਰ ਕਿਸੇ ਨੇ ਕਹਿਣਾ ਕਿ ਗੁਜ਼ਾਰਾ ਕਿਵੇਂ ਚੱਲੇਗਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿਣਾ, ਨਹੀਂ, ਮੇਰਾ ਮਾਲਕ, ਮੇਰਾ ਵਾਹਿਗੁਰੂ ਜਿਹੜਾ ਹੈ ਉਹ ਗਰੀਬ ਨਿਵਾਜ਼ ਹੈ। ਜੇ ਮੈਂ ਗਰੀਬ ਹੋਵਾਂਗਾ ਤੇ ਤਾਂ ਹੀ ਤਾਂ ਉਹ ਮੈਨੂੰ ਨਿਵਾਜੇਗਾ। ਇੰਨੀ ਨਿਮਰਤਾ ਹੈ ਉਹਨਾਂ ਦੇ ਜੀਵਨ ਦੇ ਵਿੱਚ। ਇਤਿਹਾਸ ਕਹਿੰਦਾ ਕਿ ਕਿਸੇ ਨੇ ਆ ਕੇ ਪੁੱਛਣਾ, ਜਗਿਆਸਾ ਕਰਨੀ ਕਿ ਕੋਈ ਉਪਦੇਸ਼ ਦੱਸੋ ਕਿ ਧਰਮ ਕਿਵੇਂ ਕਮਾਇਆ ਜਾ ਸਕਦਾ ਹੈ। ਉੱਥੇ ਇਤਿਹਾਸਕਾਰ ਨੇ ਬਚਨ ਲਿਖੇ, ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦੇ ਨੇ ਕਿ ਹਰ ਇੱਕ ਉਸ ਚੀਜ਼ ਵੱਲੋਂ ਮਨ ਹਟਾ ਲਓ ਜਿਹੜੀ ਰੱਬ ਵੱਲੋਂ ਤੁਹਾਨੂੰ ਹਟਾਉਂਦੀ ਹੋਵੇ। ਹਰ ਇੱਕ ਉਹ ਚੀਜ਼ ਵੱਲੋਂ, ਹਰ ਇੱਕ ਉਹ ਵਸਤੂ ਵੱਲੋਂ ਮਨ ਹਟਾ ਲਓ ਜਿਹੜੀ ਤੁਹਾਡੇ ਮਨ ਨੂੰ ਰੱਬ ਦੇ ਵੱਲੋਂ ਹਟਾਉਂਦੀ ਹੋਵੇ। ਤੇ ਰੱਬ ਦੇ ਨਾਲ ਪਿਆਰ ਕਿੰਨਾ ਕਰਨਾ ਕਿ ਹਰ ਇੱਕ ਚੀਜ਼ ਤੁਹਾਨੂੰ ਭੁੱਲ ਜਾਏ, ਕੇਵਲ ਚੇਤਾ ਰਹੇ ਤਾਂ ਉਸ ਵਾਹਿਗੁਰੂ ਪਰਮਾਤਮਾ ਦਾ ਰਹੇ। ਉਪਦੇਸ਼ ਸਤਿਗੁਰੂ ਮਹਾਰਾਜ, ਕਿਉਂਕਿ ਗੁਰੂ ਸਪੁੱਤਰ ਨੇ ਆਪ ਬੰਦਗੀ ਕਰਦੇ ਪਏ ਨੇ, ਆਪ ਉਪਦੇਸ਼ ਨੂੰ ਕਮਾਇਆ ਤੇ ਦੂਸਰੇ ਨੂੰ ਕਮਾਉਣ ਦੀ ਜਾਚ ਦੱਸਦੇ ਨੇ। ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਆਪ ਜਪੇ ਅਵਰਾ ਨਾਮ ਜਪਾਵੇ। ਇਹ ਤਾਂ ਹਰ ਸਿੱਖ ਨੂੰ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਆਪ ਜਿਹੜਾ ਹੈ ਉਹ ਬਾਣੀ ਪੜ੍ਹਨੀ ਹੈ, ਦੂਸਰੇ ਨੂੰ ਪੜ੍ਹਾਉਣੀ ਹੈ, ਆਪ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਤੇ ਦੂਸਰੇ ਨੂੰ ਉਸ ਪਾਸੇ ਤੋਰਨਾ ਹੈ। ਜਦੋਂ ਅਸੀਂ ਮਾਘ ਦਾ ਉਪਦੇਸ਼ ਪੜ੍ਹਦੇ ਹਾਂ ਨਾ ਕਿ ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਨ, ਸਭਨਾਂ ਨੂੰ ਕਰਦਾਨ। ਤੇ ਇਹਦੇ ਸਭਨਾਂ ਨੂੰ ਕਰਦਾਨ ਦੇ ਭਾਵ ਨੇ ਕਿ ਪਹਿਲੋਂ ਆਪ ਜਪ ਤੇ ਫਿਰ ਦੂਸਰਿਆਂ ਨੂੰ ਜਪਾ। ਸਤਿਗੁਰੂ ਮਹਾਰਾਜ ਦੇ ਸਨਮੁਖ ਰੋਜ਼ ਅਰਦਾਸ ਕਰਦਿਆਂ ਵੀ ਤੇ ਇਹੀ ਆਖਦੇ ਹਾਂ ਕਿ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਸੰਗਤ ਜੇਕਰ ਕੋਈ ਪੁੱਛਦਾ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਹਰ ਇੱਕ ਵਾਸ਼ਨਾ ਦਾ ਜਿਹੜਾ ਹੈ ਮਨ 'ਚੋਂ ਆਉਣਾ ਰੋਕ ਦੇਵੋ। ਮਨ ਦੇ ਵਿੱਚੋਂ ਵਾਸ਼ਨਾ ਰੁਕ ਜਾਣਗੀਆਂ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੀਵਨ ਜਿਹੜਾ ਹੈ ਇਹ ਪਰਮਾਤਮਾ ਵਾਲੇ ਪਾਸੇ ਤੁਰ ਪਏਗਾ। ਮਹਾਰਾਜ ਜੀ ਦਾ ਪਹਿਲਾ ਸ਼ਲੋਕ ਪੜ੍ਹ ਕੇ ਦੇਖੋ, ਸ਼ਲੋਕ 12 ਤੇ ਵਧੀਕ ਮਹੱਲੇ 9ਵੇਂ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ
ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨੁੱਖਾ ਸਰੀਰ ਜਿਹੜਾ ਹੈ ਇਹਦਾ ਸੰਸਾਰ ਦੇ ਵਿੱਚ ਆਉਣ ਦਾ ਭਾਵ ਕੀ ਹੈ। ਮਹਾਰਾਜ ਜੀ ਦੇ ਬਚਨ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਮਹਾਰਾਜ ਕਹਿੰਦੇ ਨੇ ਅਸਲ 'ਚ ਮਨੋਰਥ ਕੀ ਸੀ ਕਿ ਰੱਬ ਦੇ ਗੁਣਾਂ ਨੂੰ ਤੂੰ ਗਾਉਂਦਾ, ਪਰ ਮਹਾਰਾਜ ਕਹਿੰਦੇ ਨੇ ਜੇ ਗੁਣ ਨਹੀਂ ਗਾਏ ਤੇ ਇਹਦਾ ਮਤਲਬ ਮਨੋਰਥ ਤੂੰ ਛੱਡ ਦਿੱਤਾ। ਹੁਣ ਉਸ ਮਨੋਰਥ ਦੀ ਥਾਂ ਤੇ ਤੂੰ ਕੀ ਕਰਦਾ ਪਿਆ, ਆਪਣੇ ਜੀਵਨ ਨੂੰ ਵਿਅਰਥ ਕਰਦਾ ਪਿਆ, ਅਕਾਰਥ ਕਰਦਾ ਪਿਆ ਹੈ, ਬੇਫਜ਼ੂਲ ਇਹਨਾਂ ਸਵਾਸਾਂ ਨੂੰ ਗਾਉਂਦਾ ਪਿਆ ਹੈ। ਇਹ ਸਵਾਸ ਕੱਲਾ ਧਨ ਕਮਾਉਣ ਵਾਸਤੇ ਨਹੀਂ, ਇਹ ਧਰਮ ਕਮਾਉਣ ਵਾਸਤੇ ਦਿੱਤੇ ਸੀ। ਇਹ ਧਨ ਜਿਹੜਾ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਨੇ, ਜਿਸ ਤਨ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਥ। ਮਹਾਰਾਜ ਕਹਿੰਦੇ ਨੇ ਕਿ ਇਹ ਧਨ ਕਿਸੇ ਕੰਮ ਨਹੀਂ ਆਉਣਾ। ਮਹਾਰਾਜ ਕਹਿੰਦੇ ਨੇ ਇਹ ਧਨ ਨਹੀਂ, ਧਰਮ ਕਮਾਇਆ ਨਾਲ ਤੇਰੇ ਜ਼ਰੂਰ ਜਾਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਮੀਨ। ਇਵੇਂ ਕਹਿੰਦੇ ਰੱਬ ਨੂੰ ਚੇਤੇ ਕਰਨਾ ਚਾਹੀਦਾ ਸੀ। ਤੇ ਉਦਾਹਰਨ ਮਹਾਰਾਜ ਕੀ ਦਿੰਦੇ ਨੇ, ਜਹ ਬਿਦ ਜਲ ਕੋ ਮੀਨ, ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਨੂੰ ਚੇਤੇ ਕਰਦੀ ਆ, ਪਾਣੀ ਤੋਂ ਬਾਹਰ ਕੱਢੋ ਤੇ ਤੜਫਣਾ ਸ਼ੁਰੂ ਕਰ ਦਿੰਦੀ ਹੈ। ਉਨੀ ਦੇਰ ਤੱਕ ਤੜਫਦੀ ਰਹੇਗੀ ਜਿੰਨੀ ਦੇਰ ਤੱਕ ਪਾਣੀ ਦੇ ਵਿੱਚ ਦੁਬਾਰਾ ਨਾ ਪਾ ਦਿਓ। ਮੱਛੀ ਦਾ ਜੀਵਨ ਜਿਹੜਾ ਹੈ ਉਹ ਪਾਣੀ ਹੈ, ਪਾਣੀ ਤੋਂ ਬਾਹਰ ਕੱਢਿਆ ਮੱਛੀ ਮਰ ਜਾਂਦੀ ਹੈ। ਸਿੱਖ ਦਾ ਜੀਵਨ ਇਵੇਂ ਦਾ ਹੋਣਾ ਚਾਹੀਦਾ ਸੀ, ਬਾਣੀ ਤੋਂ ਬਾਹਰ ਮਨ ਨਿਕਲੇ ਤੇ ਸਿੱਖ ਕਵੇ ਮੇਰੀ ਆਤਮਿਕ ਮੌਤ ਹੋ ਚੱਲੀ ਆ, ਮੌਤ ਸਮਝੇ ਆਪਣੀ। ਸਤਿਗੁਰੂ ਮਹਾਰਾਜ ਜੀ ਨੇ ਇੱਥੇ ਫਿਰ ਉਪਦੇਸ਼ ਸੰਗਤ ਨੇ ਪੁੱਛਣਾ, ਮਹਾਰਾਜ ਨੇ ਕਹਿਣਾ ਕਿ ਰੱਬ ਭੁੱਲੇ ਨਾ, ਰੱਬ ਦੀ ਯਾਦ ਹਮੇਸ਼ਾ ਹਿਰਦੇ ਵਿੱਚ ਰਹਿਣੀ ਚਾਹੀਦੀ ਹੈ। ਮਹਾਰਾਜ ਨੇ ਨਾ ਗੁਰੂ ਸਤਿਗੁਰੂ ਮਹਾਰਾਜ ਬਾਣੀ ਦੀ ਵਿਆਖਿਆ ਕਰਦਿਆਂ ਮਹਾਰਾਜ ਨੇ ਕਿਹਾ ਕਿ ਅਸਲ 'ਚ ਅਸੀਂ ਪੈਸੇ ਨੂੰ ਇਕੱਲਾ ਮਾਇਆ ਸਮਝ ਕੇ ਬੈਠਦੇ ਹਾਂ। ਅਸੀਂ ਕਹਿੰਦੇ ਸ਼ਾਇਦ ਪੈਸਾ ਹੀ ਧਨ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਹਾਰਾਜ ਕਹਿੰਦੇ ਨੇ ਕਿ ਹਰ ਇੱਕ ਸ਼ੈ ਉਹ ਮਾਇਆ ਹੈ ਜਿੰਦੇ ਕਰਕੇ ਰੱਬ ਭੁੱਲ ਜਾਏ, ਰੱਬ ਵਿਸਰ ਜਾਏ, ਯਾਦ ਉਹਦੀ ਮਨ 'ਚੋਂ ਚਲੀ ਜਾਏ। ਜੇ ਮਨ ਦੇ ਵਿੱਚੋਂ ਯਾਦ ਚਲੇ ਗਈ, ਮਹਾਰਾਜ ਕਹਿੰਦੇ ਉਹ ਹਰ ਇੱਕ ਵਸਤੂ ਮਾਇਆ। ਭਾਵੇਂ ਘਰ ਕਰਕੇ ਚੇਤਾ ਭੁੱਲ ਗਿਆ ਰੱਬ ਦਾ, ਨਵੀਂ ਗੱਡੀ ਲੈ ਕੇ ਰੱਬ ਦਾ ਚੇਤਾ ਭੁੱਲ ਗਿਆ, ਪਰਿਵਾਰ ਕਰਕੇ, ਪਤਨੀ ਕਰਕੇ, ਬੱਚਿਆਂ ਕਰਕੇ, ਰਿਸ਼ਤੇਦਾਰੀਆਂ ਕਰਕੇ, ਸੰਪਤੀ ਕਰਕੇ, ਕਿਸੇ ਵੀ ਕਾਰਨ ਕਰਕੇ ਜੇ ਰੱਬ ਭੁੱਲਦਾ ਪਿਆ ਹੈ ਤੇ ਮਹਾਰਾਜ ਕਹਿੰਦੇ ਇਹ ਸਾਰੇ ਹੀ ਮਾਇਆ ਦੇ ਰੂਪ ਨੇ। ਇਕੱਲੇ ਪੈਸੇ ਨੂੰ ਅਸੀਂ ਮਾਇਆ ਨਹੀਂ ਆਖ ਸਕਦੇ। ਇਹ ਮਾਇਆ ਜਿਤ ਹਰ ਵਿਸਰੇ, ਜਿੰਦੇ ਕਰਕੇ ਰੱਬ ਭੁੱਲੇ, ਮਹਾਰਾਜ ਕਹਿੰਦੇ ਉਹ ਹਰ ਇੱਕ ਚੀਜ਼ ਮਾਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਹਿਣਾ ਕਿ ਜਿਸ ਕਰਕੇ ਮਨ ਜਿਹੜਾ ਹੈ ਰੱਬ ਦੇ ਨਾਮ ਵੱਲੋਂ ਹਟ ਜਾਏ, ਉਹ ਹਰ ਇੱਕ ਵਸਤੂ ਤੋਂ ਮਨ ਨੂੰ ਹਟਾਉਣਾ ਸ਼ੁਰੂ ਕਰੋ। ਇੰਨਾ ਕੁ ਬਾਣੀ ਦੇ ਨਾਲ, ਇੰਨਾ ਕੁ ਗੁਰੂ ਦੇ ਨਾਲ ਪ੍ਰੇਮ ਕਰੋ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਨੂੰ ਹਰ ਇੱਕ ਵਸਤੂ ਦਾ ਚੇਤਾ ਭੁੱਲ ਜਾਵੇ, ਕੇਵਲ ਜੇਕਰ ਯਾਦ ਮਨ ਦੇ ਵਿੱਚ ਰਹੇ ਤਾਂ ਉਹ ਕੇਵਲ ਵਾਹਿਗੁਰੂ ਦੀ ਹੋਵੇ। ਇਹ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਉਪਦੇਸ਼ ਦੇਣਾ। ਕਦੀ ਕਦਾਈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਘੋੜੀ 'ਤੇ ਸਵਾਰ ਹੋਣਾ ਤੇ ਬਾਹਰ ਜੰਗਲ ਵਾਲੇ ਪਾਸੇ ਨਿਕਲ ਜਾਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਇਕਾਂਤ ਨੂੰ ਜ਼ਿਆਦਾ ਜਿਹੜਾ ਸੀ ਉਹ ਪਸੰਦ ਕਰਨਾ, ਕਿਉਂਕਿ ਹਰ ਇੱਕ ਜਗਿਆਸੂ ਜਿਹੜਾ ਹੈ, ਹੁਣ ਦੇਖੋ ਸੰਸਾਰੀ ਬੰਦਾ ਤੇ ਇਕੱਲਾ ਬੈਠ ਹੀ ਨਹੀਂ ਸਕਦਾ। ਇਕੱਲਾ ਬੈਠੇਗਾ ਤੇ ਕਹੇਗਾ ਜੀ ਮੇਰਾ ਤੇ ਸਮਾਂ ਹੀ ਬਤੀਤ ਨਹੀਂ ਹੋ ਰਿਹਾ, ਮੈਂ ਤੇ ਬੋਰ ਹੋਈ ਜਾ ਰਿਹਾ। ਪਰ ਜਗਿਆਸੂ ਜਿਹੜਾ ਹੈ ਉਹ ਹਰ ਵੇਲੇ ਚਾਹੁੰਦਾ ਹੈ ਕਿ ਮੈਨੂੰ ਸਮਾਂ ਮਿਲੇ, ਮੈਂ ਇਕਾਂਤ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਨਾਲ ਗੱਲਾਂ ਕਰ ਸਕਾਂ, ਮੈਂ ਆਪਣੇ ਆਪ ਨਾਲ ਬੈਠ ਸਕਾਂ, ਮੈਂ ਗੁਰੂ ਦੇ ਨਾਲ ਬੈਠ ਕੇ ਬਾਣੀ ਪੜ੍ਹ ਸਕਾਂ, ਮੈਂ ਪਰਮਾਤਮਾ ਦੇ ਨਾਲ ਬੈਠ ਕੇ ਉਹਦੇ ਨਾਲ ਸਾਂਝ ਪਾ ਸਕਾਂ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਲੰਮਾ ਸਮਾਂ ਸਤਿਗੁਰੂ ਮਹਾਰਾਜ ਜੀ ਤਪ ਕਰਦੇ ਨੇ, ਔਰ ਸਤਿਗੁਰੂ ਮਹਾਰਾਜ ਜੀ ਦਾ ਇਹ ਤਪ ਹੀ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਨੂੰ ਸ਼ਹਾਦਤ ਤੱਕ ਲੈ ਕੇ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਨ ਅਸੀਂ ਉਹਨਾਂ ਦੇ ਜੀਵਨ ਨੂੰ ਇਕੱਲਾ ਬਿਲਕੁਲ ਇੱਕੋ ਪੱਖ ਨਾ ਕਿ ਕਈ ਵਾਰੀ ਕੱਟੜਤਾ ਦੇ ਵਿੱਚ ਕਹੀ ਜਾਓ ਕਿ ਨਹੀਂ ਜੀ ਇਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ। ਨਹੀਂ ਸਾਧ ਸੰਗਤ ਜੀ, ਸ਼ਰਧਾ ਭਾਵਨਾ ਦੇ ਨਾਲ ਦੇਖੋ, ਮਹਾਰਾਜ ਜੀ ਨੇ ਜੀਵਨ ਨੂੰ ਕਮਾਇਆ ਹੈ। ਜੀਵਨ ਨੂੰ ਕਮਾਉਣ ਤੋਂ ਬਾਅਦ ਵਿੱਚ ਸਾਰੀ ਇਹ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਐਵੇਂ ਪ੍ਰਾਪਤੀ ਨਹੀਂ ਹੁੰਦੀ। ਇਹ ਦਾਤ ਜੋਤ ਖਸਮੇ ਵਡਿਆਈ, ਉਹਦੀ ਵਡਿਆਈ ਕਰੀ ਦੀ ਹੈ ਤੇ ਤਾਂ ਉਹਦੀ ਦਾਤ ਜੋਤ ਪ੍ਰਾਪਤ ਹੁੰਦੀ ਹੈ। ਅੱਜ ਸੰਸਾਰਿਕ ਤੌਰ 'ਤੇ ਦੇਖੋ ਭੋਰਿਆਂ ਵਾਲੇ ਬਹੁਤ ਮਿਲਣਗੇ, ਪਰ ਬਹੁਤੇ ਭੋਰਿਆਂ ਵਾਲੇ ਜਿਹੜੇ ਨੇ ਅੱਜ ਜੇਲ੍ਹਾਂ ਦੇ ਵਿੱਚ ਲੰਮੀਆਂ ਸਜ਼ਾਵਾਂ ਕੱਟਦੇ ਪਏ ਨੇ।
ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਕੌਣ ਹੋਵੇਗਾ ਜਿਨੇ ਭੋਰਿਆਂ 'ਚ ਤਪ ਕੀਤਾ ਤੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਸ਼ਹਾਦਤ ਦਿੱਤੀ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਗਲੀਆਂ ਵਿਚਾਰਾਂ ਇਤਿਹਾਸ ਦੀਆਂ ਅਗਲੇ ਦੀਵਾਨ ਦੇ ਵਿੱਚ ਆਪ ਜੀ ਸਰਵਣ ਕਰਨਾ ਜੀ। ਬੋਲਦਿਆਂ ਹੋਇਆਂ ਪੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ